ਹੈਲੋ ਜੀ, ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਦਾ ਅਚੀਵਰਸ ਲਰਨਿੰਗ ਪੁਆਇੰਟ 'ਤੇ। ਪੰਜਾਬ ਹਿਸਟਰੀ ਦੀ ਸੀਰੀਜ਼ ਦਾ ਥਰਡ ਪਾਰਟ ਤੁਹਾਡੇ ਸਾਹਮਣੇ ਹੈ, ਜਿਹਨੂੰ ਸਟਾਰਟ ਕਰਦੇ ਹਾਂ MCQs ਦੇ ਥਰੂ। ਅੱਜ ਦੀ ਸੀਰੀਜ਼ ਦਾ ਪਹਿਲਾ ਕੁਐਸਚਨ ਸਟਾਰਟ ਕਰਦੇ ਹਾਂ ਜੀ। ਇਸ ਤੋਂ ਪਿਛਲੇ ਕੁਐਸਚਨਸ ਤੁਹਾਨੂੰ ਦੂਸਰੇ ਵੀਡੀਓਜ਼ ਵਿੱਚ ਮਿਲ ਜਾਣਗੇ, ਤੁਸੀਂ ਜਾ ਕੇ ਪਲੇਲਿਸਟ ਵਿੱਚ ਚੈੱਕ ਕਰ ਸਕਦੇ ਹੋ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ 'ਤੇ ਕਿਹੜੇ ਵੰਸ਼ ਦਾ ਅਧਿਕਾਰ ਸੀ? ਆਪਸ਼ਨਸ ਹੈ ਆਪਣੇ ਕੋਲ ਲੋਧੀ ਵੰਸ਼, ਖਿਲਜੀ ਵੰਸ਼, ਸੈਯਦ ਵੰਸ਼ ਜਾਂ ਗੁਲਾਮ ਵੰਸ਼। ਤਾਂ ਰਾਈਟ ਆਨਸਰ ਹੈ ਜੀ ਲੋਧੀ ਵੰਸ਼। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ 'ਤੇ ਲੋਧੀ ਵੰਸ਼ ਦਾ ਅਧਿਕਾਰ ਸੀ। ਨੈਕਸਟ ਕੁਐਸਚਨ, 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਆਪਸ਼ਨਸ ਵਪਾਰ, ਖੇਤੀਬਾੜੀ, ਪਸ਼ੂ ਪਾਲਨ, ਉਦਯੋਗ। ਤਾਂ ਜੀ ਬਹੁਤ ਹੀ ਸਿੰਪਲ ਕੁਐਸਚਨ ਹੈ, ਖੇਤੀਬਾੜੀ। ਅੱਜ ਵੀ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ ਅਤੇ ਸਦੀਆਂ ਤੋਂ ਖੇਤੀਬਾੜੀ ਹੀ ਰਿਹਾ ਹੈ। ਨੈਕਸਟ ਕੁਐਸਚਨ, 16ਵੀਂ ਸਦੀ ਦੇ ਆਰੰਭ ਤੋਂ ਕੀ ਭਾਵ ਹੈ? 1500 ਈਸਵੀ ਤੋਂ 1525 ਤੱਕ, 1600 ਈਸਵੀ ਤੋਂ 1615 ਈਸਵੀ ਤੱਕ, 1600 ਈਸਵੀ ਤੋਂ 1625 ਈਸਵੀ ਤੱਕ ਜਾਂ 1575 ਈਸਵੀ ਤੋਂ 1600 ਈਸਵੀ ਤੱਕ। ਤਾਂ ਰਾਈਟ ਆਨਸਰ ਹੈ ਜੀ 1500 ਈਸਵੀ ਤੋਂ 1525 ਈਸਵੀ ਤੱਕ ਦੇ ਸਮੇਂ ਨੂੰ 16ਵੀਂ ਸਦੀ ਦੇ ਆਰੰਭ ਮੀਨ ਸਟਾਰਟਿੰਗ ਦਾ, ਅਤੇ ਸਟਾਰਟਿੰਗ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਪਹਿਲੇ ਜੋ 25 ਸਾਲ ਸੀ ਉਹ ਆਰੰਭ ਹੀ ਗਿਣਿਆ ਜਾਏਗਾ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। 16ਵੀਂ ਸਦੀ ਵਿੱਚ ਹਿੰਦੂ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ? 1, 2, 3 ਜਾਂ 4। ਤਾਂ ਹਿੰਦੂ ਸਮਾਜ 4 ਵਰਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਅੱਗੋਂ ਉਹਨਾਂ ਦੇ ਉਪਵਰਗ ਵੀ ਕਾਫੀ ਮਿਲਦੇ ਹਨ। ਨੈਕਸਟ ਕੁਐਸਚਨ, 16ਵੀਂ ਸਦੀ ਵਿੱਚ ਪੰਜਾਬ ਵਿੱਚ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਕਿਹੜਾ ਸੀ? ਸਰਹੰਦ, ਸਿਆਲਕੋਟ, ਲਾਹੌਰ, ਮਲੇਰਕੋਟਲਾ। ਰਾਈਟ ਆਨਸਰ ਹੈ ਜੀ ਲਾਹੌਰ। ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ 16ਵੀਂ ਸਦੀ ਵਿੱਚ ਲਾਹੌਰ ਸੀ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ? ਆਪਸ਼ਨਸ ਹੈ ਪਸ਼ੂ ਪਾਲਣ, ਕੱਪੜਾ ਉਦਯੋਗ, ਚਮੜਾ ਉਦਯੋਗ ਜਾਂ ਖੇਤੀਬਾੜੀ। ਤਾਂ ਰਾਈਟ ਆਨਸਰ ਹੈ ਜੀ ਖੇਤੀਬਾੜੀ। ਕੁਐਸਚਨ ਰਿਪੀਟ ਹੋਇਆ, ਅਗਰ ਕਿੱਤਾ ਪੁੱਛਣ ਤਾਂ ਵੀ ਖੇਤੀਬਾੜੀ ਤੇ ਧੰਦਾ ਪੁੱਛਿਆ ਜਾਏ ਤਾਂ ਵੀ ਖੇਤੀਬਾੜੀ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, 16ਵੀਂ ਸਦੀ ਵਿੱਚ ਪੰਜਾਬ ਦਾ ਮੁੱਖ ਉਦਯੋਗ ਕਿਹੜਾ ਸੀ? ਹੁਣ ਇੱਥੇ ਕੁਐਸਚਨ ਥੋੜ੍ਹਾ ਚੇਂਜ ਕੀਤਾ ਗਿਆ ਹੈ, ਉਦਯੋਗ ਪੁੱਛਿਆ ਗਿਆ ਹੈ ਕਿਹੜਾ ਸੀ। ਧੰਦਾ ਜਾਂ ਕਿੱਤਾ ਖੇਤੀਬਾੜੀ ਸੀ, ਪਰ ਉਦਯੋਗ ਆਪਸ਼ਨਸ ਦੇਖਦੇ ਹਾਂ ਪਸ਼ੂ ਪਾਲਣਾ, ਕੱਪੜਾ ਉਦਯੋਗ, ਚਮੜਾ ਉਦਯੋਗ ਜਾਂ ਖੇਤੀਬਾੜੀ। ਤਾਂ ਰਾਈਟ ਆਨਸਰ ਹੈ ਜੀ ਕੱਪੜਾ ਉਦਯੋਗ ਪੰਜਾਬ ਦਾ 16ਵੀਂ ਸਦੀ ਵਿੱਚ ਮੁੱਖ ਉਦਯੋਗ ਸੀ। 16ਵੀਂ ਸਦੀ ਵਿੱਚ ਪੰਜਾਬ ਦਾ ਵਿਦੇਸ਼ੀ ਵਪਾਰ ਕਿਸ ਦੇਸ਼ ਨਾਲ ਨਹੀਂ ਹੁੰਦਾ ਸੀ? ਧਿਆਨ ਰੱਖਣਾ ਹੈ ਜੀ, ਨਹੀਂ ਹੁੰਦਾ ਸੀ ਪੁੱਛਿਆ ਗਿਆ ਹੈ। ਈਰਾਨ, ਤਿੱਬਤ, ਚੀਨ ਜਾਂ ਸ਼੍ਰੀਲੰਕਾ। ਤਾਂ ਆਪਾਂ ਨੂੰ ਪਤਾ ਹੈ ਈਰਾਨ, ਚੀਨ ਤੇ ਤਿੱਬਤ ਨਾਲ ਤਾਂ ਵਪਾਰ ਹੁੰਦਾ ਸੀ, ਪਰ ਜੋ ਸ਼੍ਰੀਲੰਕਾ ਹੈ ਉਸ ਨਾਲ ਵਪਾਰ ਨਹੀਂ ਹੁੰਦਾ ਸੀ। ਇਸ ਲਈ ਰਾਈਟ ਆਨਸਰ ਹੋਏਗਾ ਸ਼੍ਰੀਲੰਕਾ। ਸ਼੍ਰੀਲੰਕਾ ਨਾਲ ਵਪਾਰ ਨਹੀਂ ਹੁੰਦਾ ਸੀ। 16ਵੀਂ ਸਦੀ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਕ ਕੇਂਦਰ ਕਿਹੜਾ ਸੀ? ਆਪਸ਼ਨਸ ਹੈ ਲਾਹੌਰ, ਮੁਲਤਾਨ, ਪੇਸ਼ਾਵਰ ਜਾਂ ਲੁਧਿਆਣਾ। ਤਾਂ ਰਾਈਟ ਆਨਸਰ ਹੈ ਜੀ ਲਾਹੌਰ। ਸਭ ਤੋਂ ਪ੍ਰਸਿੱਧ ਵਪਾਰਕ ਕੇਂਦਰ ਕਿਹੜਾ ਸੀ? ਕਾਫੀ ਇੰਪੋਰਟੈਂਟ ਸਿਟੀ ਸੀ ਲਾਹੌਰ। ਨੈਕਸਟ, 16ਵੀਂ ਸਦੀ ਵਿੱਚ ਮੁਸਲਮਾਨ ਉਚੇਰੀ ਸਿੱਖਿਆ ਕਿੱਥੋਂ ਪ੍ਰਾਪਤ ਕਰਦੇ ਸਨ? ਮਸਜਿਦਾਂ ਤੋਂ, ਮਕਤਬਿਆਂ ਤੋਂ, ਇਬਾਦਤਖਾਨਿਆਂ ਤੋਂ ਜਾਂ ਮਦਰਸਿਆਂ ਤੋਂ। ਇੱਥੇ ਗੱਲ ਕੀਤੀ ਗਈ ਹੈ ਜੀ ਉਚੇਰੀ ਸਿੱਖਿਆ, ਤਾਂ ਆਨਸਰ ਹੈ ਮਦਰਸਿਆਂ ਤੋਂ।
ਪ੍ਰਾਪਤ ਕਰਦੇ ਸਨ ਮੁਸਲਮਾਨ। ਨੈਕਸਟ ਕੁਐਸਚਨ ਹੈ 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਸਮਾਜ ਦੀ ਸਭ ਤੋਂ ਵੱਧ ਪ੍ਰਚਲਿਤ ਬੁਰਾਈ ਕਿਹੜੀ ਸੀ? ਆਪਸ਼ਨਸ ਦੇਖਦੇ ਹਾਂ। ਪਰਦਾ ਪ੍ਰਥਾ, ਬਹੁ ਵਿਆਹ, ਤਲਾਕ ਪ੍ਰਥਾ ਜਾਂ ਬਾਲ ਵਿਆਹ। ਤਾਂ ਰਾਈਟ ਆਂਸਰ ਹੈ ਜੀ ਬਹੁ ਵਿਆਹ। ਵੈਸੇ ਤਾਂ ਸਾਰੀਆਂ ਹੀ ਕੁਰੀਤੀਆਂ ਨੇ ਸਮਾਜ ਨੂੰ ਖਰਾਬ ਕੀਤਾ ਹੋਇਆ ਸੀ, ਪਰ ਬਹੁ ਵਿਆਹ ਨੇ ਔਰਤਾਂ ਦੀ ਸਥਿਤੀ ਨੂੰ ਕਾਫੀ ਗਿਰਾ ਦਿੱਤਾ ਸੀ। 16ਵੀਂ ਸਦੀ ਵਿੱਚ ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ, ਮਤਲਬ ਸਹੀ ਨਹੀਂ ਹੈ? ਬਹੁ ਵਿਆਹ ਪ੍ਰਥਾ ਦਾ ਜ਼ੋਰ, ਸਤੀ ਪ੍ਰਥਾ ਦਾ ਜ਼ੋਰ, ਬਾਲ ਵਿਆਹ ਦਾ ਜ਼ੋਰ ਜਾਂ ਵਿਧਵਾ ਵਿਆਹ ਦੀ ਮਨਾਹੀ। ਤਾਂ ਜੀ ਰਾਈਟ ਆਂਸਰ ਹੈ ਬਹੁ ਵਿਆਹ ਦਾ ਜ਼ੋਰ। ਯਾਨੀ ਕਿ ਹਿੰਦੂ ਸਮਾਜ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਕਿ ਇਸਤਰੀਆਂ ਦੀ ਸਥਿਤੀ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ। ਤਾਂ ਸਤੀ ਪ੍ਰਥਾ ਆਪਾਂ ਸਭ ਜਾਣਦੇ ਹਾਂ ਕਿ ਉਸ ਟਾਈਮ 'ਤੇ ਵੀ ਹੈਗੀ ਸੀ। ਬਾਲ ਵਿਆਹ ਵੀ ਕਾਫੀ ਜ਼ਿਆਦਾ ਹੁੰਦੇ ਸੀ। ਵਿਧਵਾ ਵਿਆਹ ਦੀ ਮਨਾਹੀ ਸੀ, ਮਤਲਬ ਜੋ ਵਿਧਵਾ ਹੁੰਦੀਆਂ ਸੀ ਜਿਨ੍ਹਾਂ ਦੇ ਪਤੀ ਮਰ ਜਾਂਦੇ ਸੀ ਉਹਨਾਂ ਨੂੰ ਦੁਬਾਰਾ ਵਿਆਹ ਕਰਨ ਦੀ ਪਰਮਿਸ਼ਨ ਨਹੀਂ ਸੀ, ਉਹ ਵਿਆਹ ਨਹੀਂ ਕਰਵਾ ਸਕਦੀਆਂ ਸੀ। ਪਰ ਬਹੁ ਵਿਆਹ ਪ੍ਰਥਾ ਦਾ ਜ਼ੋਰ ਹਿੰਦੂ ਸਮਾਜ ਵਿੱਚ ਨਹੀਂ ਸੀ, ਜਦਕਿ ਮੁਸਲਿਮ ਸਮਾਜ ਵਿੱਚ ਸੀ। ਤਾਂ ਰਾਈਟ ਆਂਸਰ ਹੈ ਜੀ ਆਪਣੇ ਕੋਲ ਬਹੁ ਵਿਆਹ ਪ੍ਰਥਾ ਦਾ ਜ਼ੋਰ ਹਿੰਦੂ ਸਮਾਜ ਵਿੱਚ ਲਈ ਅਢੁਕਵਾਂ ਤੱਥ ਹੈ। ਨੈਕਸਟ ਕੁਐਸਚਨ 16ਵੀਂ ਸਦੀ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਸੰਬੰਧੀ ਕਿਹੜਾ ਤੱਥ ਤਰਕਹੀਣ ਹੈ? ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ। ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਬਹੁਤ ਉੱਚਾ ਸੀ। ਪੰਜਾਬ ਦਾ ਤਿੱਬਤ, ਸੀਰੀਆ ਅਤੇ ਭੂਟਾਨ ਨਾਲ ਵਿਦੇਸ਼ੀ ਵਪਾਰ ਹੁੰਦਾ ਸੀ। ਪੰਜਾਬ ਘੋੜੇ, ਸ਼ਸਤਰ, ਫਲ ਅਤੇ ਮੇਵੇ ਆਦਿ ਵਸਤੂਆਂ ਦਾ ਆਯਾਤ ਕਰਦਾ ਸੀ। ਅਤੇ ਇਹਨਾਂ ਵਿੱਚੋਂ ਜੀ ਰਾਈਟ ਆਂਸਰ ਹੈ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਬਹੁਤ ਉੱਚਾ ਸੀ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਆਰਥਿਕ ਦਿਸ਼ਾ ਸੰਬੰਧੀ ਕਿਹੜਾ ਤੱਥ ਤਰਕਹੀਣ ਹੈ। ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਰਥਿਕ ਦਿਸ਼ਾ ਤਾਂ ਬਹੁਤ ਚੰਗੀ ਸੀ ਅਤੇ ਆਪਣੇ ਵਪਾਰ ਵੀ ਤਿੱਬਤ, ਸੀਰੀਆ, ਭੂਟਾਨ ਨਾਲ ਹੁੰਦਾ ਸੀ। ਘੋੜੇ, ਸ਼ਸਤਰ, ਫਲ, ਮੇਵੇ ਆਦਿ ਵਸਤੂਆਂ ਦਾ ਆਯਾਤ ਵੀ ਕੀਤਾ ਜਾਂਦਾ ਸੀ। ਪਰ ਜੀਵਨ ਪੱਧਰ ਜੋ ਹੈ ਲੋਕਾਂ ਦਾ ਉਹ ਬਹੁਤ ਉੱਚਾ ਨਹੀਂ ਸੀ, ਕਿਉਂਕਿ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਸਨ ਅਤੇ ਲੋਕ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਸਨ। ਤਾਂ ਇਸੇ ਕਰਕੇ ਜੀ ਰਾਈਟ ਆਂਸਰ ਇਹੀ ਹੈ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਧਾਰਮਿਕ ਦਸ਼ਾ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ? ਕੁਐਸਚਨ ਨੂੰ ਹਮੇਸ਼ਾ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਕਿ ਕੁਐਸਚਨ ਕਿਸ ਫਾਰਮੈਟ ਵਿੱਚ ਪੁੱਛਿਆ ਜਾ ਰਿਹਾ ਹੈ, ਉਹਨੂੰ ਪੋਜ਼ੀਟਿਵ ਜਾਂ ਨੈਗੇਟਿਵ ਦੇ ਅਕੋਰਡਿੰਗ ਹੀ ਆਨਸਰ ਦੇਣਾ ਹੈ, ਨਹੀਂ ਤਾਂ ਤੁਹਾਡਾ ਆਨਸਰ ਗਲਤ ਹੋ ਸਕਦਾ ਹੈ। ਆਪਸ਼ਨਸ ਦੇਖਦੇ ਹਾਂ ਆਪਾਂ। ਪੰਜਾਬ ਦੀ ਧਾਰਮਿਕ ਦਸ਼ਾ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ? ਧਾਰਮਿਕ ਦਸ਼ਾ ਦੀ ਗੱਲ ਕੀਤੀ ਗਈ ਹੈ। ਜੈਨ ਅਤੇ ਬੁੱਧ ਧਰਮ ਦੀ ਹੋਂਦ ਨਾ ਮਾਤਰ ਸੀ। ਹਿੰਦੂ ਧਰਮ ਕਈ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ। ਇਸਲਾਮ ਧਰਮ ਵਿੱਚ ਕਈ ਤਰ੍ਹਾਂ ਦੇ ਆਡੰਬਰ, ਅੰਧ ਵਿਸ਼ਵਾਸ ਪੈਦਾ ਹੋ ਚੁੱਕੇ ਸਨ। ਹਿੰਦੂ ਅਤੇ ਇਸਲਾਮ ਧਰਮ ਵਿੱਚ ਆਪਸੀ ਮੇਲ ਜੋਲ ਵਧਿਆ। ਤਾਂ ਜੀ ਰਾਈਟ ਆਂਸਰ ਹੈ ਹਿੰਦੂ ਅਤੇ ਇਸਲਾਮ ਧਰਮ ਵਿੱਚ ਆਪਸੀ ਮੇਲ ਜੋਲ ਵਧਿਆ। ਦੇਖੋ ਜੀ, ਜੈਨ ਧਰਮ, ਬੁੱਧ ਧਰਮ ਦੀ ਹੋਂਦ ਨਾ ਮਾਤਰ ਸੀ, ਇਹ ਗੱਲ ਸਹੀ ਹੈ, ਕਿਉਂਕਿ ਜੈਨ ਅਤੇ ਬੁੱਧ ਧਰਮ ਕਾਫੀ ਪਹਿਲੇ ਹੀ ਲੋਪ ਹੋ ਚੁੱਕੇ ਸਨ। ਉਸ ਤੋਂ ਬਾਅਦ ਆਪਾਂ ਨੂੰ ਆਪਸ਼ਨ ਦਿੱਤਾ ਗਿਆ ਕਿ ਹਿੰਦੂ ਧਰਮ ਦੀ ਕਈ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ, ਇਹ ਵੀ ਗੱਲ ਬਿਲਕੁਲ ਠੀਕ ਹੈ। ਥਰਡ ਦਿੱਤਾ ਹੈ ਇਸਲਾਮ ਧਰਮ ਵਿੱਚ ਕਈ ਤਰ੍ਹਾਂ ਦੇ ਆਡੰਬਰ, ਅੰਧ ਵਿਸ਼ਵਾਸ ਪੈਦਾ ਹੋ ਚੁੱਕੇ ਸਨ, ਇਹ ਵੀ ਗੱਲ ਠੀਕ ਹੈ। ਜਦਕਿ ਹਿੰਦੂ ਅਤੇ ਇਸਲਾਮ ਧਰਮ ਵਿੱਚ ਆਪਸੀ ਮੇਲ ਜੋਲ ਵਧਿਆ, ਇਹ ਬਿਲਕੁਲ ਗਲਤ ਹੈ। ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਮੁਗਲ ਸ਼ਾਸਕ ਵੀ ਹਿੰਦੂ ਧਰਮ ਦੇ ਵਿਰੋਧੀ ਸਨ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਸੰਬੰਧੀ ਕਿਹੜਾ ਤੱਥ ਤਰਕਹੀਣ ਸੀ? ਆਪਸ਼ਨਸ ਹੈ ਆਪਣੇ ਕੋਲ। ਹਿੰਦੂਆਂ ਲਈ ਉੱਚ ਸਿੱਖਿਆ ਲਈ ਕੋਈ ਪ੍ਰਬੰਧ ਨਹੀਂ ਸੀ। ਸੈਕਿੰਡ, ਮੁਸਲਿਮ ਸਮਾਜ ਮੁੱਖ 4 ਭਾਗਾਂ ਵਿੱਚ ਵੰਡਿਆ ਹੋਇਆ ਸੀ। ਮੁਸਲਮਾਨ ਵਿੱਚ ਬਹੁ ਵਿਵਾਹ ਅਤੇ ਤਲਾਕ ਪ੍ਰਥਾ ਜ਼ੋਰਾਂ 'ਤੇ ਸੀ, ਜਾਂ ਜਾਤੀ ਪ੍ਰਥਾ ਹਿੰਦੂ ਸਮਾਜ ਵਿੱਚ ਪ੍ਰਮੁੱਖ ਕੁਰੀਤੀ ਸੀ। ਤਾਂ ਸਮਾਜਿਕ ਦਸ਼ਾ ਦੀ ਗੱਲ ਕੀਤੀ ਗਈ ਹੈ ਜੀ ਕਿ ਕਿਹੜਾ ਤੱਥ ਤਰਕਹੀਣ ਹੈ, ਯਾਨੀ ਕਿ ਗਲਤ ਹੈ। ਹਿੰਦੂਆਂ ਲਈ ਉੱਚ ਸਿੱਖਿਆ ਲਈ ਕੋਈ ਪ੍ਰਬੰਧ
ਨਹੀਂ ਸੀ। ਇਹ ਤਾਂ ਸਹੀ ਹੈ। ਮੁਸਲਮਾਨਾਂ ਵਿੱਚ ਬਹੁ ਵਿਆਹ ਅਤੇ ਤਲਾਕ ਪ੍ਰਥਾ ਜ਼ੋਰਾਂ 'ਤੇ ਸੀ। ਇਹ ਵੀ ਬਿਲਕੁਲ ਸਹੀ ਹੈ, ਜ਼ੋਰਾਂ 'ਤੇ ਸੀ। ਜਾਤੀ ਪ੍ਰਥਾ ਹਿੰਦੂ ਸਮਾਜ ਵਿੱਚ ਪ੍ਰਮੁੱਖ ਕੁਰੀਤੀ ਸੀ। ਆਪਾਂ ਨੂੰ ਪਤਾ ਹੈ ਕਿ ਜਾਤੀ ਪ੍ਰਥਾ ਵਾਕਈ ਹਿੰਦੂ ਸਮਾਜ ਵਿੱਚ ਪੂਰੀ ਤਰ੍ਹਾਂ ਫੈਲੀ ਹੋਈ ਸੀ। ਪਰ ਆਹ ਜੋ ਆਪਸ਼ਨ ਹੈ, ਮੁਸਲਿਮ ਸਮਾਜ ਮੁੱਖ 4 ਭਾਗਾਂ ਵਿੱਚ ਵੰਡਿਆ ਹੋਇਆ ਸੀ, ਤਾਂ ਇਹ ਰੋਂਗ ਹੈ ਜੀ। ਇਹ ਤਰਕਹੀਣ ਹੈ, ਕਿਉਂਕਿ ਮੁਸਲਿਮ ਸਮਾਜ 3 ਭਾਗਾਂ ਵਿੱਚ ਵੰਡਿਆ ਹੋਇਆ ਸੀ, ਜਦਕਿ ਹਿੰਦੂ ਸਮਾਜ 4 ਭਾਗਾਂ ਵਿੱਚ ਵੰਡਿਆ ਹੋਇਆ ਸੀ। ਤਾਂ ਜੀ ਰਾਈਟ ਆਨਸਰ ਹੈ ਬੀ। ਨੈਕਸਟ ਕੁਐਸਚਨ, 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਸੰਬੰਧੀ ਕਿਹੜਾ ਤੱਥ ਅਢੁਕਵਾਂ ਹੈ? ਤਾਂ ਜੀ ਰਾਜਨੀਤਿਕ ਦਸ਼ਾ ਪ੍ਰਤੀ ਪੁੱਛਿਆ ਹੈ। ਆਪਸ਼ਨਸ ਦੇਖਦੇ ਹਾਂ। ਪੰਜਾਬ ਵਿੱਚ ਸੱਤਾ ਲਈ ਤ੍ਰਿਕੋਣਾ ਸੰਘਰਸ਼ ਸ਼ੁਰੂ ਹੋ ਚੁੱਕਾ ਸੀ। ਸ਼ਾਸਕ, ਕਾਜ਼ੀ ਤੇ ਉਲੇਮਾ ਰਿਸ਼ਵਤਖੋਰੀ ਬਣ ਚੁੱਕੇ ਸਨ। ਲੋਧੀ ਵੰਸ਼ ਵਿਰੋਧੀ ਪੰਜਾਬ ਨੂੰ ਸੁਤੰਤਰ ਰਾਜ ਬਣਾਉਣਾ ਚਾਹੁੰਦੇ ਸਨ। ਜਾਂ ਅਸ਼ਾਂਤ ਪੰਜਾਬ ਤੇ ਬਾਬਰ ਦੇ ਹਮਲਿਆਂ ਕਾਰਨ ਅਰਾਜਕਤਾ ਖਤਮ ਹੋ ਗਈ ਸੀ। ਤਾਂ ਜੀ ਤੁਸੀਂ ਸਾਰੇ ਆਪਸ਼ਨਸ ਨੂੰ ਚੰਗੀ ਤਰ੍ਹਾਂ ਓਬਜ਼ਰਵ ਕਰੋ। ਜਿਵੇਂ ਕਿ ਪਹਿਲਾਂ ਦੇਖਦੇ ਹਾਂ, ਪੰਜਾਬ ਵਿੱਚ ਸੱਤਾ ਲਈ ਤਿਕੋਣਾ ਸੰਘਰਸ਼ ਸ਼ੁਰੂ ਹੋ ਚੁੱਕਿਆ ਸੀ, ਤੇ ਇਹ ਰਾਈਟ ਹੈ ਜੀ। ਸ਼ਾਸਕ, ਕਾਜ਼ੀ, ਉਲੇਮਾ ਰਿਸ਼ਵਤਖੋਰ ਬਣ ਚੁੱਕੇ ਸਨ, ਇਹ ਵੀ ਸਹੀ ਹੈ ਜੀ। ਲੋਧੀ ਵੰਸ਼ ਵਿਰੋਧੀ ਪੰਜਾਬ ਨੂੰ ਸੁਤੰਤਰ ਰਾਜ ਬਣਾਉਣੇ ਚਾਹੁੰਦੇ ਸਨ, ਤੇ ਇਹ ਵੀ ਸਹੀ ਹੈ ਜੀ, ਤਾਂ ਹੀ ਉਹਨਾਂ ਨੇ ਬਾਬਰ ਨੂੰ ਬੁਲਾਇਆ। ਬਟ ਇਹ ਜੋ ਆਪਸ਼ਨਸ ਹੈ ਲਾਸਟ, ਅਸ਼ਾਂਤ ਪੰਜਾਬ ਤੇ ਬਾਬਰ ਦੇ ਹਮਲਿਆਂ ਕਾਰਨ ਅਰਾਜਕਤਾ ਖਤਮ ਹੋ ਗਈ, ਇਹ ਗਲਤ ਹੈ ਜੀ, ਕਿਉਂਕਿ ਅਰਾਜਕਤਾ ਤਾਂ ਵਧੀ ਸੀ, ਨਾ ਕਿ ਖਤਮ ਹੋਈ। ਨੈਕਸਟ ਕੁਐਸਚਨ, 16ਵੀਂ ਸਦੀ ਵਿੱਚ ਹਿੰਦੂ ਧਰਮ ਕਿਹੜੀ ਸੰਪਰਦਾ ਵਿੱਚ ਵੰਡਿਆ ਹੋਇਆ ਸੀ? 16ਵੀਂ ਸਦੀ ਵਿੱਚ ਸ਼ੈਵ ਮਤ, ਵੈਸ਼ਨਵ ਮਤ, ਸ਼ਕਤੀ ਮਤ ਜਾਂ ਲਾਸਟ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਤਿੰਨੋਂ ਹੀ ਜੋ ਮਤ ਨੇ, ਵੈਸ਼ਨਵ ਮਤ, ਸ਼ੈਵ ਮਤ ਤੇ ਸ਼ਕਤੀ ਮਤ, ਇਹ ਤਿੰਨੋਂ ਹੀ ਉਸ ਟਾਈਮ 'ਤੇ ਹਿੰਦੂ ਸਮਾਜ ਵਿੱਚ ਪੋਪੂਲਰ ਸਨ। ਨੈਕਸਟ, ਸ਼ਿਵਾਲਾ ਹਿੰਦੂ ਧਰਮ ਦੇ ਕਿਹੜੇ ਮਤ ਨਾਲ ਸੰਬੰਧਿਤ ਹੈ? ਸ਼ੈਵ ਮਤ, ਵੈਸ਼ਨਵ ਮਤ, ਸ਼ਕਤੀ ਮਤ ਜਾਂ ਉਪਰੋਕਤ ਸਾਰੇ। ਤਾਂ ਇਹਨੂੰ ਕਿਤੇ ਨਾ ਕਿਤੇ ਜੇ ਅਗਰ ਤੁਸੀਂ ਦੇਖੋ, ਸ਼ਿਵਾਲਾ ਤੇ ਸ਼ੈਵ ਕਾਫੀ ਮੈਚ ਹੋ ਰਹੇ ਨੇ, ਤਾਂ ਇੱਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਸ਼ਿਵਲਿੰਗ ਹੁੰਦਾ ਹੈ, ਸ਼ਿਵਾਲਿਆ ਹੁੰਦਾ ਹੈ, ਉਹ ਸ਼ੈਵ ਮਤ ਨਾਲ ਸੰਬੰਧਿਤ ਹੈ, ਤੇ ਇਹ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਨਾਥਪੰਥੀ ਹਿੰਦੂ ਧਰਮ ਦੇ ਕਿਹੜੇ ਮਤ ਦੀ ਇੱਕ ਸ਼ਾਖਾ ਸੀ? ਆਪਸ਼ਨਸ ਹੈ ਸ਼ੈਵ ਮਤ, ਵੈਸ਼ਨਵ ਮਤ, ਸ਼ਕਤੀ ਮਤ ਜਾਂ ਉਪਰੋਕਤ ਸਾਰੇ। ਤੋ ਜੋ ਨਾਥ ਪੰਥੀ ਸੀ, ਉਹ ਹਿੰਦੂ ਧਰਮ ਦੇ ਸ਼ੈਵ ਮਤ ਦੀ ਹੀ ਇੱਕ ਸ਼ਾਖਾ ਸੀ, ਤੇ ਗੋਰਖਨਾਥ ਕਾਫੀ ਪ੍ਰਸਿੱਧ ਵੀ ਹੋਏ ਪੰਜਾਬ ਵਿੱਚ। ਨਾਥਪੰਥੀ ਨਾਮਕ ਸ਼ਾਖਾ ਦੀ ਸਥਾਪਨਾ ਕਿਸ ਨੇ ਕੀਤੀ? ਆਪਸ਼ਨਸ ਜਗਨਨਾਥ, ਭਗਵਾਨ ਸ਼ਿਵ, ਗੋਰਖਨਾਥ, ਵਿਸ਼ਨੂੰ। ਤਾਂ ਰਾਈਟ ਆਨਸਰ ਹੈ ਜੀ ਗੋਰਖਨਾਥ। ਪੰਜਾਬ ਦੇ ਕਿਹੜੇ ਸੂਬੇਦਾਰ ਦੇ ਬੁਲਾਵੇ 'ਤੇ ਪੰਜਾਬ ਵਿੱਚ ਬਾਬਰ ਨੇ ਹਮਲੇ ਕੀਤੇ? ਦੌਲਤ ਖਾਂ ਲੋਧੀ, ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ। ਤਾਂ ਰਾਈਟ ਆਨਸਰ ਹੈ ਜੀ ਦੌਲਤ ਖਾਂ ਲੋਧੀ, ਜੋ ਕਿ ਉਸ ਸਮੇਂ ਪੰਜਾਬ ਦਾ ਸੂਬੇਦਾਰ ਸੀ। ਉਸ ਦੇ ਬੁਲਾਵੇ 'ਤੇ ਹੀ ਬਾਬਰ ਨੇ ਪੰਜਾਬ 'ਤੇ ਹਮਲਾ ਕੀਤਾ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ? ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਐਗਜ਼ਾਮਸ ਵਿੱਚ ਪੁੱਛਿਆ ਵੀ ਗਿਆ ਹੈ, ਤੇ ਮੋਸਟਲੀ ਸਭ ਨੂੰ ਇਹਦਾ ਆਨਸਰਸ ਜੋ ਹੈ ਆਨਸਰ ਪਤਾ ਹੀ ਹੁੰਦਾ ਹੈ। 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਕੀਤੀ ਗਈ ਸੀ, ਜੋ ਕਿ ਇਬਰਾਹਿਮ ਲੋਧੀ ਤੇ ਬਾਬਰ ਵਿਚਾਲੇ ਹੋਈ ਸੀ, ਤੇ ਬਾਬਰ ਉਹਦੇ ਵਿੱਚ ਜੇਤੂ ਰਿਹਾ ਸੀ। ਨੈਕਸਟ ਕੁਐਸਚਨ ਦੇਖਦੇ ਹਾਂ ਜੀ, ਪਾਣੀਪਤ ਦੀ ਪਹਿਲੀ ਲੜਾਈ 'ਚ ਲੋਧੀ ਵੰਸ਼ ਦੀ ਅਗਵਾਈ ਕਿਸ ਨੇ ਕੀਤੀ? ਆਪਸ਼ਨਸ ਸਿਕੰਦਰ ਲੋਧੀ, ਦੌਲਤ ਖਾਂ ਲੋਧੀ, ਇਬਰਾਹਿਮ ਲੋਧੀ ਜਾਂ ਬਹਿਲੋਲ ਲੋਧੀ। ਤਾਂ ਲੋਧੀ ਵੰਸ਼ ਦੇ ਵੱਲੋਂ ਇਬਰਾਹਿਮ ਲੋਧੀ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਅਗਵਾਈ ਕੀਤੀ ਸੀ, ਤੇ ਦੂਜੇ ਪਾਸੇ ਮੁਗਲ ਬਾਦਸ਼ਾਹ ਬਾਬਰ। ਪਾਣੀਪਤ ਦੀ ਪਹਿਲੀ ਲੜਾਈ 'ਚ ਮੁਗਲ ਵੰਸ਼ ਦੀ ਅਗਵਾਈ ਕਿਸ ਨੇ ਕੀਤੀ ਸੀ? ਤਾਂ ਉਹੀ ਜੀ ਲਾਸਟ ਕੁਐਸਚਨ ਵਿੱਚ ਹੀ ਮੈਂ ਤੁਹਾਨੂੰ ਕਲੀਅਰ ਕਰ ਦਿੱਤਾ ਹੈ ਕਿ
ਦੋ ਧੜੇ ਸੀ, ਇੱਕ ਪਾਸੇ ਲੋਧੀ ਵੰਸ਼ ਦਾ ਸ਼ਾਸਕ ਇਬਰਾਹਿਮ ਲੋਧੀ ਤੇ ਦੂਜੇ ਪਾਸੇ ਮੁਗਲ ਸ਼ਾਸਕ ਬਾਬਰ। ਰਾਈਟ ਆਨਸਰ ਹੈ ਜੀ ਬਾਬਰ। ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੌਣ ਜੇਤੂ ਰਿਹਾ? ਤਾਂ ਇਹਦਾ ਆਨਸਰ ਤੁਸੀਂ ਈਜ਼ੀਲੀ ਦੱਸ ਸਕਦੇ ਹੋ ਬਿਕੋਜ਼ ਆਪਾਂ ਪਹਿਲੇ ਹੀ ਡਿਸਕਸ ਕਰ ਚੁੱਕੇ ਹਾਂ, ਬਾਬਰ। ਮਿਲਾਨ ਦੇਖੋ, ਤਰਾਇਨ ਦੀ ਪਹਿਲੀ ਲੜਾਈ, ਪਾਣੀਪਤ ਦੀ ਪਹਿਲੀ ਲੜਾਈ, ਪਾਣੀਪਤ ਦੀ ਦੂਜੀ ਲੜਾਈ ਤੇ ਪਾਣੀਪਤ ਦੀ ਤੀਜੀ ਲੜਾਈ। ਤਾਂ ਜੀ ਤਰਾਇਨ ਦੀ ਜੋ ਪਹਿਲੀ ਲੜਾਈ ਹੈ ਉਹ ਆਪਾਂ ਨੂੰ ਪਤਾ ਹੈ ਕਿ ਹੋਈ 1191 ਵਿੱਚ। ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ, ਪਾਣੀਪਤ ਦੀ ਦੂਜੀ ਲੜਾਈ 1556 ਈਸਵੀ ਤੇ ਪਾਣੀਪਤ ਦੀ ਤੀਜੀ ਲੜਾਈ 1761 ਈਸਵੀ ਵਿੱਚ ਹੋਈ। ਤਾਂ ਰਾਈਟ ਆਨਸਰ ਹੋ ਜਾਏਗਾ ਜੀ ਐੜਾ। ਨੈਕਸਟ ਕੁਐਸਚਨ, ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਤੋਪਖਾਨਾ ਦਾ ਇਸਤੇਮਾਲ ਕਿਹੜੇ ਯੁੱਧ ਵਿੱਚ ਕੀਤਾ ਗਿਆ? ਤਾਂ ਤੋਪਖਾਨਾ ਜੋ ਹੈ ਬਾਬਰ ਲੈ ਕੇ ਆਇਆ ਸੀ ਪਹਿਲੀ ਵਾਰ ਭਾਰਤ ਵਿੱਚ। ਆਪਸ਼ਨਸ ਦੇਖਦੇ ਹਾਂ, ਤਰਾਇਨ ਦੀ ਦੂਜੀ ਲੜਾਈ, ਪਾਣੀਪਤ ਦੀ ਪਹਿਲੀ ਲੜਾਈ, ਪਾਣੀਪਤ ਦੀ ਤੀਜੀ ਲੜਾਈ, ਕਰੂ ਦਾ ਯੁੱਧ। ਤਾਂ ਰਾਈਟ ਆਨਸਰ ਹੈ ਜੀ ਪਾਣੀਪਤ ਦੀ ਪਹਿਲੀ ਲੜਾਈ ਜੋ ਬਾਬਰ ਤੇ ਇਬਰਾਹਿਮ ਲੋਧੀ ਵਿਚਾਲੇ ਲੜੀ ਗਈ ਸੀ। ਉਸ ਵਿੱਚ ਪਹਿਲੀ ਵਾਰ ਬਾਬਰ ਨੇ ਤੋਪਖਾਨੇ ਦਾ ਇਸਤੇਮਾਲ ਕੀਤਾ। ਪਾਣੀਪਤ ਦੀ ਪਹਿਲੀ ਲੜਾਈ ਦਾ ਮੁੱਖ ਸਿੱਟਾ ਕੀ ਨਿਕਲਿਆ? ਤਾਂ ਜੀ ਆਪਾਂ ਨੂੰ ਪਤਾ ਹੈ ਕਿ ਪਾਣੀਪਤ ਦੀ ਪਹਿਲੀ ਲੜਾਈ ਬਾਬਰ ਤੇ ਇਬਰਾਹਿਮ ਲੋਧੀ ਵਿਚਕਾਰ ਹੋਈ, ਜਿਸ ਵਿੱਚ ਬਾਬਰ ਜੇਤੂ ਰਿਹਾ ਸੀ। ਤਾਂ ਇਹਦੀ ਆਪਸ਼ਨਸ ਹੈ, ਇਬਰਾਹਿਮ ਲੋਧੀ ਹਾਰ ਗਿਆ, ਰਾਈਟ ਹੈ ਜੀ। ਬਾਬਰ ਜੇਤੂ ਰਿਹਾ, ਇਹ ਵੀ ਰਾਈਟ ਹੈ ਜੀ। ਮੁਗਲ ਵੰਸ਼ ਦੀ ਸਥਾਪਨਾ, ਇਹ ਵੀ ਰਾਈਟ ਹੈ ਜੀ। ਪੰਜਾਬ ਯੁੱਧਾਂ ਦਾ ਅਖਾੜਾ ਬਣ ਗਿਆ ਸੀ, ਇਹ ਵੀ ਰਾਈਟ ਹੈ। ਪਰ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਆਪਾਂ ਦੇਖਣਾ ਹੈ ਕਿ ਸਭ ਤੋਂ ਇੰਪੋਰਟੈਂਟ ਕੀ ਪੁਆਇੰਟ ਹੈ, ਤਾਂ ਮੁਗਲ ਵੰਸ਼ ਦੀ ਸਥਾਪਨਾ ਰਾਈਟ ਆਨਸਰ ਹੋਏਗਾ। ਇਸ ਤਰ੍ਹਾਂ ਦੇ ਕੁਐਸਚਨ ਕਾਫੀ ਵਾਰ ਕਨਫਿਊਜ਼ ਕਰਦੇ ਨੇ, ਤਾਂ ਆਪਾਂ ਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ ਕਿ ਸਿੱਟਾ ਕੀ ਨਿਕਲਿਆ, ਮਤਲਬ ਉਹਨਾਂ ਦੀ ਲੜਾਈ ਤੋਂ ਬਾਅਦ ਕੀ ਚੇਂਜ ਆਇਆ ਵੱਡਾ। ਤਾਂ ਲੋਧੀ ਵੰਸ਼ ਖਤਮ ਹੋ ਗਿਆ ਤੇ ਮੁਗਲ ਵੰਸ਼ ਦੀ ਸਥਾਪਨਾ ਭਾਰਤ ਵਿੱਚ ਹੋ ਗਈ। ਨੈਕਸਟ ਕੁਐਸਚਨ, ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਜਿੱਤ ਦਾ ਪ੍ਰਮੁੱਖ ਕਾਰਨ ਕੀ ਸੀ? ਆਪਸ਼ਨਸ ਆਪਣੇ ਕੋਲ, ਇਬਰਾਹਿਮ ਲੋਧੀ ਦੀ ਅਯੋਗ ਅਗਵਾਈ, ਲੋਧੀ ਵੰਸ਼ ਵਿੱਚ ਅੰਦਰੂਨੀ ਫੁੱਟ, ਬਾਬਰ ਦਾ ਤੋਪਖਾਨਾ ਜਾਂ ਇਬਰਾਹਿਮ ਲੋਧੀ ਦੀ ਅਸਫਲ ਯੋਜਨਾ। ਦੇਖਿਆ ਜਾਵੇ ਤਾਂ ਸਾਰੇ ਹੀ ਰਾਈਟ ਹਨ, ਪਰ ਜੋ ਇੰਪੋਰਟੈਂਟ ਹੈ ਮੇਨ ਉਹ ਹੈ ਬਾਬਰ ਦਾ ਤੋਪਖਾਨਾ, ਉਹਦੀ ਜਿੱਤ ਦਾ ਪ੍ਰਮੁੱਖ ਕਾਰਨ ਸੀ। ਬਾਬਰ ਨੇ ਪੰਜਾਬ ਜਾਂ ਭਾਰਤ ਤੇ ਕਿਹੜੇ ਹਮਲੇ ਦੌਰਾਨ ਪਾਣੀਪਤ ਦਾ ਪਹਿਲਾ ਯੁੱਧ ਲੜਿਆ? ਤਾਂ ਆਪਾਂ ਨੂੰ ਪਤਾ ਹੈ ਕਿ ਬਾਬਰ ਨੇ ਕਈ ਹਮਲੇ ਕੀਤੇ ਭਾਰਤ ਤੇ ਆਪਣੇ ਕਿਹੜੇ ਹਮਲੇ ਦੌਰਾਨ ਉਸਨੇ ਪਾਣੀਪਤ ਦਾ ਯੁੱਧ ਲੜਿਆ? ਸੋ ਆਨਸਰ ਹੈ ਜੀ ਪੰਜਵਾਂ ਹਮਲਾ। ਪਹਿਲਾ ਹਮਲਾ ਉਸਨੇ 1519 ਈਸਵੀ ਵਿੱਚ ਕੀਤਾ ਸੀ। ਯਾਦ ਰੱਖ ਲੈਣਾ ਜੀ ਕਿ ਪਹਿਲਾ ਹਮਲਾ 1519 ਈਸਵੀ ਵਿੱਚ ਕੀਤਾ ਸੀ। ਨੈਕਸਟ, ਮੁਗਲ ਕਾਲ ਵਿੱਚ ਪੰਜਾਬ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਸੀ? ਲਾਹੌਰ ਪ੍ਰਾਂਤ, ਟੱਕ ਦੇਸ਼, ਪੰਜਾਬ ਪ੍ਰਾਂਤ ਜਾਂ ਪੰਚਨਦ। ਤਾਂ ਰਾਈਟ ਆਨਸਰ ਹੈ ਜੀ ਲਾਹੌਰ ਪ੍ਰਾਂਤ, ਕਿਉਂਕਿ ਟੱਕ ਦੇਸ਼ ਰਾਮਾਇਣ ਦੇ ਸਮੇਂ ਤੇ ਪੰਚਨਦ ਮਹਾਭਾਰਤ ਕਾਲ ਵਿੱਚ ਬੋਲਿਆ ਜਾਂਦਾ ਸੀ, ਤੇ ਮੁਗਲ ਕਾਲ ਜੋ ਕਿ ਮਿਡੀਵਲ ਪੀਰੀਅਡ ਸਟਾਰਟ ਹੋ ਜਾਂਦਾ ਹੈ, ਕਾਫੀ ਬਾਅਦ ਦਾ ਟਾਈਮ ਹੈ, ਉਦੋਂ ਲਾਹੌਰ ਪ੍ਰਾਂਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਨੈਕਸਟ ਕੁਐਸਚਨ, ਮੁਗਲ ਕਾਲ ਸਮੇਂ ਪੰਜਾਬ ਦੀ ਆਰਥਿਕ ਅਵਸਥਾ ਸੰਬੰਧੀ ਕਿਹੜਾ ਤੱਥ ਤਰਕਹੀਣ ਹੈ, ਮਤਲਬ ਸਹੀ ਨਹੀਂ ਹੈ? ਵਪਾਰ ਦਾ ਕੰਮ ਖੱਤਰੀ, ਬਾਣੀਏ, ਅਰੋੜੇ, ਬੋਰੇ ਤੇ ਖੋਜੀ ਨਾਮਕ ਜਾਤਾਂ ਕਰਦੀਆਂ ਸਨ। ਸੈਕਿੰਡ, ਪੰਜਾਬ ਦਾ ਵਿਦੇਸ਼ੀ ਵਪਾਰ ਜਲ ਮਾਰਗ ਰਾਹੀਂ ਵੀ ਹੁੰਦਾ ਸੀ। ਥਰਡ, ਪੰਜਾਬ ਮੰਡੀ ਤੇ ਸੁਕੇਤ ਦੀਆਂ ਪਹਾੜੀਆਂ 'ਚੋਂ ਸੋਨਾ ਨਿਕਲਦਾ ਸੀ। ਤੇ ਫੋਰਥ ਹੈ ਜੀ
ਸਰਕਾਰ ਕਿਸਾਨਾਂ ਤੋਂ ਵੱਧ 1/3 ਹਿੱਸਾ ਕਰ ਦੇ ਰੂਪ ਵਿੱਚ ਲੈਂਦੀ ਸੀ। ਤਾਂ ਜੀ ਰਾਈਟ ਆਨਸਰ ਇਹਦਾ ਹੈ ਈ, ਤਰਕਹੀਣ ਹੈ। ਮੰਡੀ ਤੇ ਸੁਕੇਤ ਦੀਆਂ ਪਹਾੜੀਆਂ 'ਚੋਂ ਸੋਨਾ ਨਿਕਲਦਾ ਸੀ। ਨੈਕਸਟ, ਮੁਗਲ ਕਾਲ ਸਮੇਂ ਪੰਜਾਬ ਦੀ ਸਮਾਜਿਕ ਸਥਿਤੀ ਸੰਬੰਧੀ ਅਢੁਕਵਾਂ ਕਥਨ ਕਿਹੜਾ ਹੈ, ਮਤਲਬ ਗਲਤ ਕਿਹੜਾ ਹੈ। ਮੁਸਲਿਮ ਸਮਾਜ ਦੇ 3 ਤੇ ਹਿੰਦੂ ਸਮਾਜ ਦੀ 4 ਸ਼੍ਰੇਣੀਆਂ ਸਨ, ਇਹ ਤਾਂ ਜੀ ਰਾਈਟ ਹੈ। ਇਸਤਰੀਆਂ ਨੂੰ ਜਾਇਦਾਦ ਦੇ ਅਧਿਕਾਰ ਤੋਂ ਵੰਚਿਤ ਰੱਖਿਆ ਜਾਂਦਾ ਸੀ, ਇਹ ਵੀ ਰਾਈਟ ਹੈ। ਮੱਧ ਵਰਗ ਦੇ ਹਿੰਦੂਆਂ ਨੂੰ ਬਹੁ ਵਿਆਹ ਕਰਾਉਣ ਦਾ ਅਧਿਕਾਰ ਸੀ, ਨਹੀਂ, ਇਹ ਰੋਂਗ ਹੈ ਜੀ। ਰਾਈਟ ਆਨਸਰ ਇਹੀ ਹੋਏਗਾ, ਕਿਉਂਕਿ ਹਿੰਦੂਆਂ ਵਿੱਚ ਬਹੁ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ, ਪਰ ਉੱਚ ਵਰਗ ਦੇ ਲੋਕਾਂ ਵਿੱਚ, ਧਨੀ ਲੋਕਾਂ ਵਿੱਚ, ਮੱਧ ਵਰਗ ਵਿੱਚ ਪ੍ਰਚਲਿਤ ਨਹੀਂ ਸੀ। ਅਤੇ ਲਾਸਟ, ਉਸ ਸ਼੍ਰੇਣੀ ਦੀਆਂ ਇਸਤਰੀਆਂ ਨੂੰ ਸਿੱਖਿਆ ਪ੍ਰਾਪਤੀ ਦਾ ਅਧਿਕਾਰ ਸੀ, ਤਾਂ ਇਹ ਰਾਈਟ ਹੈ ਜੀ। ਤਾਂ ਊੜਾ, ਐੜਾ ਅਤੇ ਸੱਸਾ ਰਾਈਟ ਹੈ, ਜਦਕਿ ਅਢੁਕਵਾਂ ਕਥਨ ਹੋਇਆ ਈੜੀ। ਨੈਕਸਟ, ਮੁਗਲ ਕਾਲ ਵਿੱਚ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ। ਇੱਥੇ ਉਦਯੋਗ ਪੁੱਛਿਆ ਗਿਆ ਹੈ, ਰੇਸ਼ਮ ਉਦਯੋਗ, ਹੌਜ਼ਰੀ ਉਦਯੋਗ, ਚਮੜਾ ਉਦਯੋਗ ਜਾਂ ਸੂਤੀ ਕੱਪੜਾ ਉਦਯੋਗ। ਦਾ ਰਾਈਟ ਆਨਸਰ ਹੈ ਸੂਤੀ ਕੱਪੜਾ ਉਦਯੋਗ। ਮੁਗਲ ਕਾਲ ਸਮੇਂ ਪੰਜਾਬ ਵਿੱਚ ਤਾਂਬੇ ਦਾ ਕਿਹੜਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ। ਦਾਮ, ਆਨਾ, ਟਕਾ, ਜੀਤਲ। ਦਾ ਰਾਈਟ ਆਨਸਰ ਹੈ ਜੀ ਦਾਮ। ਮੁਗਲ ਕਾਲ ਸਮੇਂ ਪੰਜਾਬ ਵਿੱਚ ਤਾਂਬੇ ਦਾ ਸਿੱਕਾ ਯਾਦ ਰੱਖਣਾ ਹੈ ਤੁਸੀਂ, ਕਈ ਵਾਰ ਚਾਂਦੀ ਦਾ ਪੁੱਛਿਆ ਜਾਂਦਾ ਹੈ ਤਾਂ ਉਹਦਾ ਆਨਸਰ ਡਿਫਰੈਂਟ ਹੋਏਗਾ। ਤਾਂਬੇ ਦਾ ਕਿਹੜਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ। ਦਾਮ। ਨੈਕਸਟ ਕੁਐਸਚਨ ਜੋ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੀ ਕਰਾਂਗੇ। ਓਕੇ ਜੀ, ਥੈਂਕ ਯੂ ਫॉर ਵਾਚਿੰਗ। ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਜੀ, ਅਤੇ ਸਬਸਕ੍ਰਾਈਬ ਕਰਨਾ ਵੀ ਨਹੀਂ ਭੁੱਲਣਾ, ਕਿਉਂਕਿ ਤੁਹਾਨੂੰ ਜੋ ਨੋਟੀਫਿਕੇਸ਼ਨਸ ਹੈ ਉਹ ਨਾਲ ਦੀ ਨਾਲ ਮਿਲਦੀਆਂ ਰਹਿਣ।